ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨਦਰ ਕਰਨੀ ਮਹਾਰਾਜ, ਗੁਰੂ ਨਾਨਕ ਸਾਹਿਬ ਹਜੂਰ। ਭੂਲ ਛਿਮੋ ਹਮਰੀ ਪ੍ਰਭਾਪਨ ਭੂਲਨਹਾਰ ਕਹਾਂ ਕੋ ਮੋਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਆ ਭਵੀਏ ਸਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਸਿੱਧ ਗੋਸ਼ਟ ਦੀ ਬਾਣੀ ਦੇ ਵਿੱਚ ਰਹਾਉ ਦੀ ਤੁਕ। ਅਸੀਂ ਸਿੱਧ ਗੋਸ਼ਟ ਦੀ ਬਾਣੀ ਦੀ ਵਿਚਾਰ ਕੁਝ ਚਿਰ ਤੋਂ ਕਰ ਰਹੇ ਹਾਂ। 27ਵਾਂ ਪਦ ਅਸੀਂ ਕੱਲ ਕੀਤਾ ਸੀ। ਇਹ ਕੁਝ ਪਦਿਆਂ ਤੋਂ ਗੁਰੂ ਸਾਹਿਬ ਨੇ ਮਨਮੁਖ ਔਰ ਗੁਰਮੁਖ ਦੀ ਵਿਚਾਰ ਆਰੰਭ ਕੀਤੀ ਹੈ। ਇਹ ਜਿਸ ਤਰ੍ਹਾਂ ਕਿ ਕੋਈ ਫਾਊਂਡੇਸ਼ਨ ਲੇ ਕਰ ਰਿਹਾ ਹੁੰਦਾ ਹੈ ਔਨ ਦ ਰਾਈਟ ਐਟੀਟਿਊਡਸ ਆਫ ਲਾਈਫ। ਜੀਵਨ ਨੂੰ ਅਸੀਂ ਅਗਰ ਜੀਣਾ ਹੈ, ਸਿੱਖਣਾ ਹੈ ਜੀਣਾ, ਤਾਂ ਸਾਹਿਬ ਸਮਝਾ ਰਹੇ ਹਨ ਕਿਹੜਾ ਅਪਰੋਚ, ਕਿਹੜੀ ਐਟੀਟਿਊਡ, ਕਿਹੜੀ ਆਊਟਲੁੱਕ, ਕਿਸ ਤਰ੍ਹਾਂ ਦੀ ਜੀਣ ਦੀ ਕਲਾ ਜੀਵਨ ਵਿੱਚ ਪਰਮ ਪਦਵੀ ਵੱਲ ਜਾ ਸਕਦੀ ਹੈ, ਔਰ ਕਿਹੋ ਜਿਹੇ ਜੀਣ ਵਿੱਚ ਫੇਲੀਅਰ ਹੱਥ ਵਿੱਚ ਆਉਂਦਾ ਹੈ। ਇਹ ਕਿਸੇ ਯੂਨੀਵਰਸਿਟੀ ਵਿੱਚ ਨਹੀਂ ਸਿਖਾਇਆ ਜਾਂਦਾ। ਗਿਆਨ ਦੇ ਸੈਂਟਰ ਦੁਨੀਆ ਦੇ ਇਹ ਵਿਚਾਰ ਨਹੀਂ ਕਰਦੇ। ਇਹਦੇ ਤੇ ਬੜਾ ਦੋਸ਼ ਹੈ। ਅਸਲ ਤੱਤ ਜੀਵਨ ਦਾ ਔਰ ਅਸਲ ਗਿਆਨ ਜੀਵਨ ਦਾ, ਜੀਵਨ ਦੇ ਸਕਸੈਸ ਔਰ ਫੇਲੀਅਰਸ ਨੂੰ ਡਿਫਾਈਨ ਕਰਦਾ ਹੈ। ਅਗਰ ਅਸੀਂ ਜੀਵਨ ਦੇ ਬੇਸਿਕ ਸਕਸੈਸ ਨੂੰ ਨਹੀਂ ਸਮਝਦੇ ਕਿ ਵਾਟ ਇਜ਼ ਸਕਸੈਸ ਆਫ ਲਾਈਫ, ਤਾਂ ਫਿਰ ਅਸੀਂ ਸਭ ਕੁਝ ਜਿੱਤਦੇ ਹੋਏ ਵੀ ਹਾਰ ਕੇ ਜਾਵਾਂਗੇ। ਦੁਨਿਆਵੀ ਪੱਧਰ 'ਤੇ ਜਿਸ ਨੂੰ ਜੀਵਨ ਵਿੱਚ ਸਕਸੈਸ ਗਿਣਿਆ ਜਾਂਦਾ ਹੈ, ਉਹਦਾ ਰਿਲੇਸ਼ਨ ਜ਼ਿਆਦਾ ਮਾਇਆ, ਪਾਵਰ ਔਰ ਅੱਖੋਂ ਦੇਖੀ ਸਕਸੈਸ ਨਾਲ ਹੈ। ਇਹਨਾਂ ਪਦਿਆਂ ਵਿੱਚ ਮਨਮੁਖ ਔਰ ਗੁਰਮੁਖ ਦੇ ਵਿੱਚ ਵਿਚਾਰ ਕਰਦੇ ਸਾਹਿਬ ਸਾਨੂੰ ਇੱਕ ਪਦੇ ਵਿੱਚ ਮਨਮੁਖ ਦੀ ਗੱਲ ਕਰਦੇ ਹਨ, ਫਿਰ ਮਨਮੁਖ ਦੇ ਅਪਰੋਚ ਨੂੰ ਛੱਡ ਦਿੰਦੇ ਹਨ, ਜਿਵੇਂ ਕਿ ਉਹ ਫੋਕਸ ਨਾ ਹੋਏ ਜੀਵਨ ਦਾ, ਜਿਵੇਂ ਕਿ ਸਾਨੂੰ ਸਮਝਾ ਰਹੇ ਹੋਣ ਕਿ ਇਹ ਨਹੀਂ ਕਰਨਾ, ਆਓ ਜੋ ਕਰਨਾ ਹੈ ਉਹ ਸਮਝੀਏ। ਸਿੱਧੇ ਅੱਖਰਾਂ ਵਿੱਚ ਮਨਮੁਖ ਔਰ ਗੁਰਮੁਖ ਸ਼ਬਦ ਮਨ ਦੇ ਵੱਲ ਮੁਖ ਕਰਿਆ ਇਨਸਾਨ ਔਰ ਗੁਰੂ ਦੇ ਵੱਲ ਮੁਖ ਕਰਿਆ ਇਨਸਾਨ। ਜਾਂ ਅਗਰ ਇਸ ਤਰ੍ਹਾਂ ਸਮਝੀਏ ਕਿ ਮਨ ਦੇ ਵੱਲ, ਉਸ ਮਨ ਦੇ ਵੱਲ, ਮਨ ਦਾ ਰੁਝੇਵਾਂ ਜਿਹੜਾ ਦੁਨੀਆ ਨਾਲ ਰਿਲੇਸ਼ਨ ਰੱਖਦਾ ਹੈ, ਜਾਂ ਫਿਰ ਉਸ ਮਨ ਦੇ ਨਾਲ ਸਾਡਾ ਰੁਝੇਵਾ ਜਿਹੜਾ ਅਧਿਆਤਮ ਸਪਿਰਿਚੁਅਲਿਟੀ ਨਾਲ ਵਾਹ ਰੱਖਦਾ ਹੈ। ਜੀਵਨ ਵਿੱਚ ਅਸੀਂ ਅਗਰ ਇਹਨਾਂ ਚੀਜ਼ਾਂ ਨੂੰ ਸਮਝ ਲਈਏ ਔਰ ਸਮਝਣ ਤੋਂ ਅੱਗੇ ਬੁੱਝਣਾ ਸ਼ੁਰੂ ਕਰ ਦਈਏ, ਦੇ ਪਰਕੂਲੇਟ ਡਾਊਨ ਟੂ ਦੀ ਇੰਟੀਰੀਅਰ ਆਫ ਆਰ ਮਾਈਂਡ। ਅੱਜ ਦੇ ਪਦੇ ਵਿੱਚ ਇਹਦੀ ਕੁਝ ਗੱਲ ਸਾਹਿਬ ਸਮਝਾਉਂਦੇ ਹਨ। ਦਰਅਸਲ ਮੈਨੂੰ ਲੱਗਦਾ ਹੈ ਕਿ ਗੁਰਮੁਖ ਸ਼ਬਦ ਜੀਵਨ ਦੀ ਪਰਫੈਕਸ਼ਨ ਨਾਲ ਰਿਲੇਸ਼ਨ ਰੱਖਦਾ ਹੈ। ਹੂ ਆਰ ਦ ਪਰਫੈਕਟ ਹਿਊਮਨ ਬੀਇੰਗਸ। ਔਰ ਜਿਹੜੇ ਇਹ ਗੁਰਮੁਖ ਹਨ, ਕਿਉਂਕਿ ਇਹ ਸਪਿਰਿਚੁਅਲ ਜੀਵਨ ਦੇ ਵਣਜਾਰੇ ਹਨ, ਟਰੇਡਰ ਹਨ, ਇਸ ਕਰਕੇ ਇਹਨਾਂ ਦੀ ਸਾਈਕੀ ਨਿਰੰਕਾਰ ਦੇ ਵਿੱਚ ਇੰਟਰਨਲਾਈਜ਼ ਹੋ ਜਾਂਦੀ ਹੈ। ਸਮੇਂ ਤੋਂ ਪਰੇ, ਕੌਜ਼ ਔਰ ਸਪੇਸ ਤੋਂ ਪਰੇ ਦਾ ਇਹਨਾਂ ਦਾ ਰਿਲੇਸ਼ਨ ਬਣ ਜਾਂਦਾ ਹੈ। ਇਹਨਾਂ ਦਾ ਇੰਪੈਕਟ ਜਿਵੇਂ ਕਿ ਸਾਰੀ ਕ੍ਰੀਏਸ਼ਨ ਦੇ ਉੱਤੇ ਹੈ। ਕੁਝ ਲੋਕਾਂ ਨੇ ਧਰਮ ਇਸ ਤਰ੍ਹਾਂ ਦੇ ਵੀ ਬਣਾਏ ਹਨ ਜਿਨ੍ਹਾਂ ਨੇ ਦਰਅਸਲ ਅਧਿਆਤਮ ਨੂੰ ਨਹੀਂ ਜਾਣਿਆ, ਇੱਕ ਮੂਵਮੈਂਟ ਚਲਾ ਦਿੱਤੀ, ਜਾਂ ਇੱਕ ਸੋਸ਼ਲ ਸੈਗਮੈਂਟ ਨੂੰ ਪਕੜ ਕੇ ਉਸ ਨੂੰ ਸਟਰਕਚਰ ਦੇ ਦਿੱਤਾ ਔਰ ਉਸ ਦਾ ਨਾਂ ਧਰਮ ਕਹਿ ਦਿੱਤਾ।
ਪਰ ਜਾਣਿਆ ਨਹੀਂ ਹੈ ਕੁਛ ਵੀ। ਇਹੋ ਜਿਹੇ ਵੀ ਲੋਕ ਹਨ, ਸਟਰਕਚਰਸ ਹਨ ਸੁਸਾਇਟੀ ਦੇ ਵਿੱਚ, ਜਿਨ੍ਹਾਂ ਦਾ ਆਧਾਰ ਕੁਛ ਹੋਰ ਹੈ, ਅਧਿਆਤਮ ਨਹੀਂ ਹੈ। ਸਾਨੂੰ ਉਹਨਾਂ ਨੂੰ ਵਾਚ ਕਰਨਾ ਹੈ, ਉਹਨਾਂ ਤੋਂ ਦੂਰੀ ਰੱਖਣੀ ਹੈ ਜਦ ਅਸੀਂ ਅਧਿਆਤਮ ਦੀ ਗੱਲ ਕਰਦੇ ਹਾਂ। ਦਰਅਸਲ ਸਪਿਰਿਚੁਅਲਿਟੀ ਇੱਕ ਕਾਮਨ ਗਰਾਊਂਡ ਹੈ। ਇੱਥੇ ਕਿਹੜੇ ਰਿਲੀਜਨ ਨੂੰ ਤੁਸੀਂ ਬਿਲੋਂਗ ਕਰਦੇ ਹੋ, ਇਹਦਾ ਇੰਪੈਕਟ ਸ਼ਾਇਦ ਘੱਟ ਹੈ, ਪਰ ਆਪਣੇ ਮਨ ਨਾਲ ਅਸੀਂ ਕਿਤਨਾ ਉਲਝੇ ਹਾਂ, ਕਿਤਨਾ ਮਨ ਨੂੰ ਜਾਣਿਆ ਹੈ ਔਰ ਕਿਤਨਾ ਮਨ ਨੂੰ ਕੜਿਆ ਹੈ, ਇਹਦੇ ਨਾਲ ਜ਼ਿਆਦਾ ਰਿਲੇਸ਼ਨ ਹੈ। ਪਿਛਲੇ ਪਦੇ ਵਿੱਚ ਸਾਹਿਬ ਨੇ ਦੱਸਿਆ ਹੈ, ਗੁਰਮੁਖ ਸਾਚੇ ਕਾ ਭਉ ਪਾਵੇ, ਗੁਰਮੁਖ ਬਾਣੀ ਅਗੜ ਕੜਾਵੇ। ਬਾਣੀ ਨਾਲ ਅਘੜੇ ਮਨ ਨੂੰ ਘੜਦਾ ਹੈ ਗੁਰਮੁਖ। ਗੁਰਮੁਖ ਨਿਰਮਲ ਹਰ ਗੁਣ ਗਾਵੇ। ਆਪਣੇ ਮਨ ਨੂੰ ਨਿਰਮਲ ਕਰਨਾ ਗੁਰੂ ਦੇ ਗੁਣ ਗਾਣ ਦੇ ਬਰਾਬਰ ਹੈ। ਗੁਰਮੁਖ ਪਵਿੱਤਰ ਪਰਮ ਪਦ ਪਾਵੇ। ਪਰਫੈਕਸ਼ਨ ਦੀ ਗੱਲ ਚੱਲ ਰਹੀ ਹੈ। ਪਰਮ ਪਦ, ਉੱਤਮ ਪਦਵੀ, ਜਿਹੜਾ ਇਨਸਾਨ ਦਾ ਸ਼ਿਖਰ ਹੋਏ, ਜਿਹੜੀ ਐਬਸੋਲੂਟ ਪਰਫੈਕਸ਼ਨ ਜੀਵਨ ਦੀ ਹੋਏ, ਯਾਨੀ ਕਿ ਸਪਿਰਿਚੁਅਲ ਜੀਵਨ ਹੋਏ। ਗੁਰਮੁਖ ਰੋਮ ਰੋਮ ਹਰ ਧਿਆਵੇ, ਜਿਹੜਾ ਕੰਪਲੀਟਲੀ ਹੁਣ ਰੰਗਿਆ ਗਿਆ ਹੈ। ਕੋਈ ਕਲਰ ਦੂਸਰੇ ਰਹਿ ਨਹੀਂ ਗਏ ਜੀਵਨ ਵਿੱਚ, ਮਨ ਦੇ ਕਲਰ ਸਾਰੇ ਗਿਰ ਗਏ ਹਨ। ਸਿਰਫ ਸਪਿਰਿਚੁਅਲਿਟੀ ਆਪਣਾ ਰੰਗ ਛੱਡ ਕੇ ਜਾ ਰਹੀ ਹੈ। ਰੋਮ ਰੋਮ ਨਾਨਕ ਗੁਰਮੁਖ ਸਾਚ ਸਮਾਵੇ। ਇਹ ਸੱਚ ਸ਼ਬਦ ਸਾਹਿਬ ਦਾ ਬੜਾ ਪਿਆਰਾ ਹੈ ਔਰ ਇਹਦੇ ਵਿੱਚ ਸੱਚ ਨੂੰ ਨਿਰੰਕਾਰ ਦਾ ਇੱਕ ਰੂਪ ਹੈ। ਸਾਹਿਬ ਨੇ ਅਗਰ ਕੋਈ ਸ਼ਬਦ ਵਰਤਿਆ ਹੈ ਨਿਰੰਕਾਰ ਵਾਸਤੇ ਤਾਂ ਸੱਚ ਸ਼ਾਇਦ ਜ਼ਿਆਦਾ ਵਰਤਿਆ ਹੈ। ਸਾਹਿਬ ਕਹਿੰਦੇ ਨਾਨਕ ਗੁਰਮੁਖ ਸਾਚ ਸਮਾਵੇ। ਗੁਰਮੁਖ ਸੱਚ ਦੇ ਵਿੱਚ ਸਮਾ ਜਾਂਦਾ ਹੈ, ਕੂੜ ਦੀ ਪਾਲ ਟੁੱਟ ਜਾਂਦੀ ਹੈ। ਕੂੜ ਦੀ ਪਾਲ ਕੀ ਹੈ, ਇਹ ਅੱਗੇ ਵਿਚਾਰ ਆਏਗੀ। ਆਓ ਅਸੀਂ ਪਹਿਲੇ ਅੱਜ ਦਾ ਪਦਾ 28ਵਾਂ ਪਦਾ ਰਹਾਉ ਦੀ ਤੁਕ ਦੇ ਨਾਲ ਪੜ੍ਹ ਲਈਏ, ਫਿਰ ਇਹਦੀ ਵਿਚਾਰ ਸ਼ੁਰੂ ਕਰਦੇ ਹਾਂ। ਵਾਹਿਗੁਰੂ ਜੀ, ਧੰਨ ਗੁਰੂ ਨਾਨਕ ਸਾਹਿਬ। ਕਿਆ ਭਵੀਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਰਹਾਉ ਗੁਰਮੁਖ ਪਰਚੈ ਵੇਦ ਵਿਚਾਰੀ, ਗੁਰਮੁਖ ਪਰਚੈ ਤਰੀਐ ਤਾਰੀ। ਗੁਰਮੁਖ ਪਰਚੈ ਸੋ ਸ਼ਬਦ ਗਿਆਨੀ, ਗੁਰਮੁਖ ਪਰਚੈ ਅੰਤਰ ਬਿਦ ਜਾਨੀ। ਗੁਰਮੁਖ ਪਾਈਐ ਅਲਖ ਅਪਾਰ, ਨਾਨਕ ਗੁਰਮੁਖ ਮੁਕਤ ਦੁਆਰ। ਵਾਹਿਗੁਰੂ ਜੀ। ਵਾਹਿਗੁਰੂ ਜੀ। ਕਈ ਵਾਰ ਅਸੀਂ ਜੀਵਨ ਵਿੱਚ ਸੁਣਦੇ ਹਾਂ ਕਿ ਕਿਸ ਤਰ੍ਹਾਂ ਦਾ ਜੀਵਨ ਸੰਗਤ ਅਸੀਂ ਰੱਖਦੇ ਹਾਂ, ਉਸ ਤਰ੍ਹਾਂ ਦਾ ਜੀਵਨ ਬਣ ਜਾਂਦਾ ਹੈ। ਮੈਨੂੰ ਲੱਗਦਾ ਇਹ ਪਦਾ ਸੰਗਤ ਦੀ ਹੀ ਗੱਲ ਚਲਾ ਰਿਹਾ ਹੈ। ਪਰਚੇ ਸ਼ਬਦ ਦਾ ਸਾਂਝ ਨਾਲ ਰਸਤਾ ਹੈ, ਸਾਂਝ ਨਾਲ ਰਿਲੇਸ਼ਨ ਹੈ। ਅਸੀਂ ਕਿਹਨਾਂ ਚੀਜ਼ਾਂ ਨਾਲ ਸਾਂਝ ਪਾਉਂਦੇ ਹਾਂ। ਸਾਂਝ ਦਾ ਮਤਲਬ ਮਨ ਕਿਹਨਾਂ ਵਿੱਚ ਲਗਾਉਂਦੇ ਹਾਂ, ਕਿਹਨਾਂ ਸੋਚਾਂ ਵਿੱਚ, ਕਿਹਨਾਂ ਵਸਤੂਆਂ ਵਿੱਚ, ਕਿਹਨਾਂ ਲੋਕਾਂ ਵਿੱਚ, ਕਿਹੜੇ ਐਟੀਟਿਊਡਸ ਨਾਲ ਮਨ ਲੀਨ ਹੁੰਦਾ ਹੈ, ਉਹੀ ਮਨ ਦਾ ਰੰਗ ਹੋ ਜਾਏਗਾ। ਗੁਰਮੁਖ ਦੀ ਗੱਲ ਕਰਦੇ ਹੋਏ ਸਾਹਿਬ ਨੇ ਅੱਜ ਸਾਨੂੰ ਦੱਸਿਆ ਹੈ, ਗੁਰਮੁਖ ਪਰਚੇ ਵੇਦ ਵਿਚਾਰੀ। ਗੁਰਮੁਖ ਸਾਂਝ ਪਾਉਂਦਾ ਹੈ ਵੇਦ ਦੇ ਵਿਚਾਰ ਨਾਲ। ਵੇਦ ਸ਼ਬਦ ਗੁਰਮਤਿ ਔਰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਦੇ ਪ੍ਰਤੀਕ ਹੈ। ਸਾਡਾ ਵੇਦ ਸ਼ਬਦ ਗੁਰੂ ਹੈ। ਸਾਡਾ ਵੇਦ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਵਿੱਚ ਹਾਜ਼ਰ ਸ਼ਬਦ ਹੈ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਇਹ ਨਾਮ ਔਰ ਸ਼ਬਦ
ਇਹੀ ਸਾਡਾ ਵੇਦ ਹੈ। ਜਤ ਪਹਾਰਾ ਧੀਰਜ ਸੁਣਿਆਰ, ਅਹਰਨ ਮਤ ਵੇਦ ਹਥਿਆਰ। ਵੇਦ ਸ਼ਬਦ ਹੈ ਜਿਹੜਾ ਮਨ ਨੂੰ ਚੋਟ ਪਾਉਂਦਾ ਹੈ। ਘੜੀਏ ਸ਼ਬਦ ਸੱਚੀ ਟਕਸਾਲ, ਜਿਹੜੇ ਅਘੜ ਮਨ ਨੂੰ ਘੜਦਾ ਹੈ, ਉਹੀ ਤੁਹਾਡਾ ਗਿਆਨ ਦਾ ਸੋਰਸ ਹੈ। ਵੇਦ ਤੋਂ ਭਾਵ ਅਰਥ ਕੀ ਹੈ? ਗਿਆਨ ਦਾ ਸੋਰਸ ਆਫ ਨੌਲੇਜ। ਗੁਰਮਤ ਵਿੱਚ ਨੌਲੇਜ ਅਵੇਅਰਨੈਸ ਹੈ, ਜੀਵਨ ਦੀ ਅਵੇਅਰਨੈਸ। ਹਾਊ ਮਚ ਵੀ ਆਰ ਅਵੇਅਰ ਆਫ ਲਾਈਫ, ਹਾਊ ਮਚ ਵੀ ਨੋ ਲਾਈਫ, ਉਹੀ ਸਾਡਾ ਗਿਆਨ ਹੈ। ਸਿਮਰਤ ਵੇਦ ਪੁਰਾਣ, ਪੁਕਾਰਨ ਪੋਥੀਆਂ, ਗਿਆਨ ਬਿਨਾ ਸਭ ਕੂੜ, ਨਾਮ ਬਿਨਾ ਸਭ ਕੂੜ, ਗਾਲੀ ਹੋਛੀਆਂ। ਨਾਮ ਕਿਤਨਾ ਸਾਡੇ ਨਾਲ ਵਾਹ ਰੱਖਦਾ ਹੈ। ਨਾਮ ਦੇ ਵਿੱਚ ਪਰਫੈਕਸ਼ਨ ਹੈ। ਮੇਰੇ ਦੇ ਵਿੱਚ, ਮੈਂ ਔਰ ਮੇਰੀ ਈਗੋ ਦੇ ਵਿੱਚ ਪਰਫੈਕਸ਼ਨ ਨਹੀਂ ਹੋ ਸਕਦੀ। ਉਹਦੇ ਵਿੱਚ ਮਲ ਹੈ, ਮੈਲ ਹੈ, ਕਿਉਂਕਿ ਉਹ ਇੱਕ ਇਹੋ ਜਿਹੀ ਐਟੀਟਿਊਡ ਹੈ ਜਿਹੜਾ ਕ੍ਰੀਏਟਰ ਨੂੰ ਡਿਨਾਈ ਕਰਦਾ ਹੈ। ਮੈਂ ਦਾ ਭਾਵ ਹੀ ਇਹੀ ਹੈ ਕਿ ਮੈਂ ਹਾਂ ਤਾਂ ਕਰਤਾ ਨਹੀਂ ਹੈ। ਜਦੋਂ ਮੇਰੀ ਫਾਊਂਡੇਸ਼ਨ, ਮੇਰੇ ਹੋਣ ਦੀ ਫਾਊਂਡੇਸ਼ਨ ਕਰਤਾ ਬਣਦਾ ਹੈ, ਤਾਂ ਮੇਰੇ ਮਨ ਦੀ ਫਾਊਂਡੇਸ਼ਨ ਨਾਮ ਬਣੇਗੀ। ਜਦੋਂ ਮਨ ਨਾਮ ਨਾਲ ਲੀਨ ਹੋਏਗਾ ਤਾਂ ਫਿਰ ਮਨ ਐਕਸੈਪਟੈਂਸ ਵਿੱਚ ਜੀਣਾ ਸ਼ੁਰੂ ਕਰ ਦੇਗਾ, ਇੱਕ ਸਹਿਜ ਦੇ ਵਿੱਚ ਆ ਜਾਏਗਾ। ਸਾਹਿਬ ਅੱਜ ਜਿਹੜੀ ਗੱਲ ਸਾਨੂੰ ਖੋਲ ਰਹੇ ਹਨ, ਉਹ ਗੁਰਮੁਖ ਦੇ ਬਾਰੇ ਵਿਚਾਰ ਖੋਲ੍ਹਦੇ ਹਨ। ਗੁਰਮੁਖ ਕੀ ਹੈ ਔਰ ਗੁਰਮੁਖ ਕੋਲ ਕਿਹੜਾ ਵਿਚਾਰ ਹੈ? ਵੇਦ ਦੇ ਕਿਹੜੇ ਵਿਚਾਰ 'ਚੋਂ ਜੀਵਨ ਚੱਲਦਾ ਹੈ? ਸ਼ਬਦ ਨੂੰ ਵਿਚਾਰਨਾ ਇੱਕ ਐਸਪੈਕਟ ਹੈ ਸ਼ਬਦ ਦਾ, ਔਰ ਸ਼ਬਦ ਨੂੰ ਜਪਣਾ ਇਹ ਦੂਸਰਾ ਐਸਪੈਕਟ ਹੈ ਸ਼ਬਦ ਦਾ। ਜਪ ਮਨ ਸਤਨਾਮ ਸਦਾ ਸਤਨਾਮ। ਮਹਾਰਾਜ ਕਹਿੰਦੇ ਨੇ ਗੁਰਮੁਖ ਪਰਚੇ ਵੇਦ ਵਿਚਾਰੀ। ਗੁਰਮੁਖ ਨੇ ਸਾਂਝ ਪਾਈ ਹੈ ਸ਼ਬਦ ਨਾਲ, ਔਰ ਸ਼ਬਦ ਦੀ ਵਿਚਾਰ ਵਿੱਚ ਸ਼ਬਦ ਕੀ ਕਹਿ ਰਿਹਾ ਹੈ। ਡਿਠੇ ਮੁਕਤ ਨਾ ਹੋਵਈ ਜੇ ਚਰ ਸ਼ਬਦ ਨਾ ਕਰੀ ਵਿਚਾਰ। ਜਦ ਤੱਕ ਸ਼ਬਦ ਨੂੰ ਨਹੀਂ ਜਾਣਿਆ, ਸ਼ਬਦ ਕੀ ਕਹਿ ਰਿਹਾ ਹੈ, ਔਰ ਉਸ ਨੂੰ ਨਹੀਂ ਕਮਾਇਆ, ਤਦ ਤੱਕ ਗੁਰਮੁਖ ਨੂੰ ਸਾਂਝ ਨਹੀਂ ਮਿਲ ਸਕਦੀ। ਸਾਹਿਬ ਕਹਿੰਦੇ ਨੇ ਗੁਰਮੁਖ ਜਿਹੜਾ ਹੈ ਉਹ ਸ਼ਬਦ ਨਾਲ ਸਾਂਝ ਪਾਉਂਦਾ ਹੈ, ਉਹਦੇ ਵਿਚਾਰਾਂ ਨਾਲ ਸਾਂਝ ਪਾਉਂਦਾ ਹੈ ਸ਼ਬਦ ਦੀ, ਤਾਂ ਕਿ ਜਿਹੜਾ ਕੰਡੀਸ਼ਨਡ ਮਾਈਂਡ ਹੈ ਉਹ ਵੀ ਰੰਗਿਆ ਜਾਏ, ਔਰ ਉਸ ਤੋਂ ਇੰਸਪਾਇਰ ਹੋ ਕੇ ਮਨ ਦੇ ਹੋਰ ਪੱਖਾਂ ਵਿੱਚ, ਸਬਕੌਨਸ਼ੀਅਸ ਅਨਕੌਨਸ਼ੀਅਸ ਮਾਈਂਡ ਵਿੱਚ ਉਤਰ ਸਕੀਏ। ਮਨ ਦੀ ਕਈ ਲੇਅਰਾਂ ਸਨ। ਮਹਾਰਾਜ ਸਾਨੂੰ ਜੋ ਦੱਸ ਰਹੇ ਹਨ ਉਹ ਇੱਕ ਇਹੋ ਜਿਹੀ ਗੱਲ ਹੈ ਜਿਹੜੀ ਅਸੀਂ ਮਨ ਦੇ ਲੈਵਲ 'ਤੇ ਕਮਾਣੀ ਹੈ। ਇਹ ਗੁਰਮੁਖ ਫਿਜ਼ੀਕਲ ਲੈਵਲ 'ਤੇ ਸ਼ਾਇਦ ਪ੍ਰਗਟ ਉਤਨਾ ਨਹੀਂ ਹੋ ਰਿਹਾ ਜਿਤਨਾ ਮਨ ਦੀ ਲੈਵਲ 'ਤੇ ਪ੍ਰਗਟ ਹੋ ਰਿਹਾ ਹੈ। ਇੱਕ ਜੀਵਨ ਦੀ ਪਰਫੈਕਸ਼ਨ ਦੀ ਗੱਲ ਚੱਲਦੀ ਹੈ, ਜਿੱਥੇ ਮਨ ਸ਼ਬਦ ਦੇ ਨਾਲ ਸਾਂਝ ਪਾਉਂਦਾ ਹੈ। ਸੁਰਤ, ਸ਼ਬਦ ਔਰ ਸਵਾਸ, ਇਹਨਾਂ ਤਿੰਨਾਂ ਦਾ ਮਿਲਣ ਸਮਾਧੀ ਹੈ, ਸੁੰਨ ਅਵਸਥਾ ਹੈ, ਵਧੇ ਹੋਣ ਦੀ ਵਿਧੀ ਹੈ, ਦੇਹ ਤੋਂ ਵੀ ਪਰੇ ਜਾਣ ਦੀ ਵਿਧੀ ਹੈ, ਜਿੱਥੇ ਜੀਵਨ ਦਾ ਆਧਾਰ ਪਿਓਰ ਸਪਿਰਿਚੁਅਲਿਟੀ, ਪਿਓਰ ਸਪਿਰਿਟ ਹੋ ਜਾਂਦਾ ਹੈ। ਇਹਨਾਂ 'ਚੋਂ ਦੋ ਐਲੀਮੈਂਟਸ ਸਾਡੇ ਨਾਲ ਚੱਲਦੇ ਹਨ। ਅਸੀਂ ਸਾਰਾ ਦਿਨ ਕੰਮ ਕਰਦੇ ਹਾਂ, ਸਾਡੀ ਥਾਟ ਚੱਲਦੀ ਰਹਿੰਦੀ ਹੈ। ਥਾਟ ਵਿੱਚ ਕੋਈ ਰੋਕ ਨਹੀਂ ਹੈ। ਥਾਟ ਇੱਕ ਇਹੋ ਜਿਹਾ ਕਰੰਟ ਹੈ, ਐਨਰਜੀ ਹੈ, ਜਿਹੜੀ ਕੌਨਸਟੈਂਟਲੀ ਸਾਡੇ ਨਾਲ ਹੈ। ਪਰ ਜਦੋਂ ਇਹਨੂੰ ਅਸੀਂ ਸੁਰਤ ਦੇ ਰੂਪ ਵਿੱਚ ਜਾਣ ਲੈਂਦੇ ਹਾਂ, ਯਾਨੀ ਇਕਾਗਰ ਮਨ, ਔਰ ਉਹ ਸ਼ਬਦ ਨਾਲ ਲੀਨ ਹੋ ਜਾਂਦੀ ਹੈ, ਤਾਂ ਫਿਰ ਉਹ ਅਕੜ ਨੂੰ ਕੱਢਦੀ ਹੈ, ਮਨ ਨੂੰ ਕੱਢਦੀ ਹੈ। ਸ਼ਬਦ ਮਨ ਨੂੰ ਕੱਢਦਾ ਹੈ। ਇਹ ਪਦਾ ਇਸ ਸ਼ਬਦ ਦੀ ਹੀ ਸੈਲੀਬ੍ਰੇਸ਼ਨ ਨਜ਼ਰ ਆ ਰਹੀ ਹੈ, ਜਿਹਦੇ ਵਿੱਚ ਗੁਰਮੁਖ ਬਣਦਾ ਹੈ। ਕਿੱਥੋਂ ਬਣਦਾ ਹੈ?
ਗੁਰਮੁਖ ਕਿਸ ਕਰਨ ਤੋਂ, ਕਿਸ ਕਰਮ ਦੇ ਕਾਰਨ, ਕਰਮ ਤੋਂ ਭਾਵ ਦੋ ਨੇ, ਐਕਸ਼ਨ ਕੀ ਹੈ ਔਰ ਨਦਰ ਕੀ ਹੈ। ਗੁਰਮੁਖ ਬਣਨਾ ਹੈ ਤਾਂ ਕੀ ਕਰਨਾ ਚਾਹੀਦਾ ਹੈ। ਪਹਿਲੀ ਗੱਲ ਸਾਹਿਬ ਦੱਸਦੇ ਹਨ, ਵੇਦ ਵਿਚਾਰੀ, ਸ਼ਬਦ ਨੂੰ ਵਿਚਾਰਨਾ ਹੈ ਔਰ ਸ਼ਬਦ ਨੂੰ ਜਾਣਨਾ ਹੈ, ਕਮਾਣਾ ਹੈ, ਉਹਦੇ ਨਾਲ ਸਾਂਝ ਪਾਣੀ ਹੈ। ਸ਼ਬਦ ਔਰ ਸੁਰਤ ਦੀ ਇਹ ਖੇਡ ਅਗਲੇ ਪੰਕਤੀਆਂ ਵਿੱਚ ਸਾਨੂੰ ਆਉਣਗੀਆਂ। ਜਦੋਂ ਗੁਰਮੁਖ ਦੀ ਵਿਚਾਰ ਖਤਮ ਹੋਏਗੀ, ਪਹਿਲਾ ਪ੍ਰਸ਼ਨ ਹੀ ਯੋਗੀਆਂ ਦਾ ਗੁਰੂ ਸਾਹਿਬ ਨੂੰ ਹੋਏਗਾ, ਪਵਨ ਅਰਮ ਸਤਿਗੁਰ ਮਤ ਵੇਲਾ, ਕਵਣ ਗੁਰੂ ਕਿਸਕਾ ਤੂੰ ਚੇਲਾ। ਕਵਣ ਮੂਲ ਕਵਣ ਮਤ ਵੇਲਾ, ਕਵਣ ਗੁਰੂ ਕਿਸਕਾ ਤੂੰ ਚੇਲਾ। ਕੀ ਮੂਲ ਹੈ ਦੁਨੀਆ ਦਾ, ਕੀ ਇਸ ਵੇਲੇ ਦਾ ਅਰਥ ਹੈ ਔਰ ਕਿਸ ਦਾ ਗੁਰੂ ਨਾਨਕ ਤੁਹਾਡਾ ਗੁਰੂ ਕੌਣ ਹੈ। ਗੁਰਮੁਖ ਸ਼ਬਦ ਵਿੱਚ ਸਾਹਿਬ ਨੇ ਸਾਨੂੰ ਬਾਰ-ਬਾਰ ਸ਼ਬਦ ਨਾਲ ਰਿਲੇਸ਼ਨ ਪਾਈ ਹੈ ਔਰ ਇਹ ਵੇਦ ਦਾ ਭਾਵ ਸ਼ਬਦ ਨਾਲ ਹੀ ਹੈ। ਅਸੀਂ ਸ਼ਬਦ ਨੂੰ ਸ਼ਾਇਦ ਉਸ ਤਰ੍ਹਾਂ ਨਹੀਂ ਜਾਣ ਪਾਉਂਦੇ ਜਿਸ ਤਰ੍ਹਾਂ ਸ਼ਬਦ ਦਰਅਸਲ ਹੈ, ਕਿਉਂਕਿ ਸ਼ਬਦ ਦੀ ਡਾਇਮੈਂਸ਼ਨਸ ਕਈ ਹਨ। ਗੁਰਬਾਣੀ ਜੋ ਗੁਰੂ ਗ੍ਰੰਥ ਸਾਹਿਬ 'ਚ ਸਾਨੂੰ ਹਾਜ਼ਰ ਹੈ ਉਹ ਸ਼ਬਦ ਹੈ। ਨਾਮ ਵਿੱਚ ਲੀਨ ਹੋਣਾ ਸ਼ਬਦ ਵਿੱਚ ਲੀਨ ਹੋਣਾ ਹੈ। ਮਨ ਨੂੰ ਨਾਮ ਨਾਲ ਜੋੜਨਾ ਇਹ ਸ਼ਬਦ ਹੈ। ਨਿਰੰਕਾਰ ਦਾ ਉਪਦੇਸ਼ ਇਹ ਵੀ ਸ਼ਬਦ ਹੈ। ਸ਼ਬਦੇ ਹੀ ਹਰ ਮਨ ਵਸੇ, ਰਸਨਾ ਹਰ ਰਸ ਖਾਏ। ਉਪਦੇਸ਼, ਸਿੱਖਿਆ ਔਰ ਫਿਰ ਨਿਰੰਕਾਰ ਵੀ ਸ਼ਬਦ ਹੈ। ਅਨਡਿਫਾਈਨਡ ਕ੍ਰੀਏਟਰ ਜੋ ਹਰ ਜਗ੍ਹਾ ਹਾਜ਼ਰ ਹੈ ਉਹ ਸ਼ਬਦ ਹੈ। ਤਾਂ ਇਸ ਤਰ੍ਹਾਂ ਵਿਚਾਰੀਏ ਤਾਂ ਸ਼ਬਦ ਦੀ ਡਾਇਮੈਂਸ਼ਨਸ ਇਨਫਾਈਨਾਈਟ ਹਨ। ਸ਼ਬਦ ਡਿਫਾਈਨਡ ਵੀ ਸਾਡੇ ਕੋਲ ਹਾਜ਼ਰ ਹੈ ਔਰ ਸ਼ਬਦ ਅਨਡਿਫਾਈਨਡ ਦਾ ਰਸਤਾ ਉਸੇ ਡਿਫਾਈਨਡ ਸ਼ਬਦ ਤੋਂ ਮਿਲਦਾ ਹੈ। ਸਾਨੂੰ ਸਾਂਝ ਪਾਣੀ ਹੈ ਉਸ ਡਿਫਾਈਨਡ ਸ਼ਬਦ ਨਾਲ ਤਾਂ ਕਿ ਸਾਡਾ ਨੋਨ ਮਾਈਂਡ ਉਸ ਦਾ ਰੂਪ ਬਣ ਸਕੇ। ਅਸੀਂ ਅਨਨੋਨ ਮਾਈਂਡ ਨੂੰ ਨਹੀਂ ਜਾਣਦੇ। ਜਿਹੜਾ ਸ਼ਬਦ ਨਿਰੰਕਾਰ ਦਾ ਰੂਪ ਹੈ ਉਹ ਅਨਨੋਨ ਮਾਈਂਡ ਹੈ। ਜਦੋਂ ਅਸੀਂ ਆਪਣੇ ਮਨ ਨੂੰ ਸ਼ਬਦ ਨਾਲ ਲੀਨ ਕਰਦੇ ਹਾਂ ਔਰ ਸ਼ਬਦ ਦੇ ਰੂਪ ਵਿੱਚ ਅੰਤਰ ਦੇ ਅਭਿਆਸ ਵਿੱਚ ਪ੍ਰਗਟ ਕਰ ਦਿੰਦੇ ਹਾਂ ਤਾਂ ਉਹ ਅਨਨੋਨ ਮਾਈਂਡ ਵੱਲ ਟੁਰ ਪੈਂਦਾ ਹੈ, ਘੜਨਾ ਸ਼ੁਰੂ ਹੋ ਜਾਂਦਾ ਹੈ। ਸ਼ਬਦ ਦੇ ਹਜ਼ੂਰੀ ਵਿੱਚ ਮਨ ਘੜਦਾ ਸ਼ੁਰੂ ਹੋ ਜਾਂਦਾ ਹੈ। ਅਕੜ ਕੜਿਆ, ਇਹ ਘੜਨਾ ਕਾਹਦੇ ਵਾਸਤੇ ਹੈ? ਇੱਕ ਤਿਆਰੀ ਹੈ। ਜਿੱਥੇ ਮਨ ਦੇ ਵਿੱਚ ਵਸਿਆ ਝੂਠ, ਸਬਕੌਨਸ਼ੀਅਸ ਵਿੱਚ ਸੰਸਕਾਰ ਔਰ ਕਈ ਜਨਮਾਂ ਦੇ ਕਰਮਾਂ ਦੇ ਜਿਹੜੇ ਭਾਵ ਸਾਰੇ ਅਨਕੌਨਸ਼ੀਅਸ ਮਾਈਂਡ ਵਿੱਚ ਬੈਠੇ ਹਨ, ਉਹਨਾਂ ਨੂੰ ਪ੍ਰੋਸੈਸ ਕੀਤਾ ਜਾ ਸਕੇ। ਪਰਫੈਕਸ਼ਨ ਵੱਲ ਮਨ ਨੂੰ ਸਾਹਿਬ ਨੇ ਟੋਰਿਆ ਹੈ। ਇਸ ਪਦੇ ਵਿੱਚ ਐਸੇ ਤੇ ਇਸ਼ਾਰਾ ਹੈ। ਗੁਰਮੁਖ ਪਰਚੇ ਵੇਦ ਵਿਚਾਰੀ। ਵੇਦ ਦੇ ਸ਼ਬਦ ਦੇ ਵਿਚਾਰ ਵਿੱਚ ਔਰ ਸ਼ਬਦ ਦੇ ਧਿਆਨ ਵਿੱਚ ਗੁਰਮੁਖ ਬਣਦਾ ਹੈ। ਉਹਦੀ ਸਾਂਝ ਵਿੱਚ, ਸੁਰਤ ਔਰ ਸ਼ਬਦ ਦੇ ਯੋਗ ਵਿੱਚ, ਮਿਲਣ ਵਿੱਚ। ਯੋਗ ਸ਼ਬਦ ਤੋਂ ਭਾਵ ਹੈ ਮਿਲਣਾ। ਜਦੋਂ ਸੁਰਤ ਔਰ ਸ਼ਬਦ ਮਿਲ ਜਾਂਦੀ ਹੈ ਤਾਂ ਗੁਰਮੁਖ ਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ। ਮਨ ਹੁਣ ਹੋਰ ਤਰ੍ਹਾਂ ਦਾ ਬਣਤ ਵੱਲ ਟੁਰ ਪੈਂਦਾ ਹੈ। ਈਗੋ ਮਾਈਂਡ ਤੋਂ ਹੁਣ ਦੂਰੀ ਸ਼ੁਰੂ ਹੋ ਜਾਂਦੀ ਹੈ। ਸਾਹਿਬ ਕਹਿੰਦੇ ਨੇ ਗੁਰਮੁਖ ਪਰਚੇ ਤਰੀਏ ਤਾਰੀ। ਆਪ ਵੀ ਤਰਦਾ ਹੈ। ਤਰਨ ਦਾ ਭਾਵ ਜੀਵਨ ਨੂੰ ਇੱਕ ਸਮੁੰਦਰ ਦੀ ਤਰ੍ਹਾਂ ਜਾਣਿਆ ਹੈ, ਜਿਹਦੇ ਵਿੱਚ ਈਗੋ ਮਾਈਂਡ ਕਰਕੇ ਅਸੀਂ ਸਭ ਡੁੱਬ ਜਾਂਦੇ ਹਾਂ, ਖਤਮ ਹੋ ਜਾਂਦੇ ਹਾਂ, ਫਿਰ ਅੱਗੇ ਨਹੀਂ ਜਾ ਪਾਉਂਦੇ। ਕੱਲ੍ਹ ਵੀਰ ਨੇ ਪ੍ਰਸ਼ਨ ਪੁੱਛਿਆ ਸੀ, ਕੀ ਹੁੰਦਾ ਹੈ? ਮਨ ਜਦੋਂ ਇੰਦਰੀਆਂ ਤੋਂ ਟੁੱਟ ਜਾਂਦਾ ਹੈ, ਸਰੀਰ ਤੋਂ ਟੁੱਟ ਜਾਂਦਾ ਹੈ, ਤਾਂ ਇਹ ਨੋਨ ਮਾਈਂਡ ਕੋਲੈਪਸ ਕਰ ਜਾਂਦਾ ਹੈ। ਅਨਕੌਨਸ਼ੀਅਸ ਸਬਕੌਨਸ਼ੀਅਸ ਮਾਈਂਡ ਲੈ ਕੇ ਇਹ ਹੁਣ ਆਪਣੇ ਅੱਗੇ ਭ੍ਰਮਣ ਵਿੱਚ ਟੁਰ ਪੈਂਦਾ ਹੈ, ਕਿਉਂਕਿ ਇਹਦਾ ਸਾਰਾ ਸਟਰਕਚਰ ਮਨ ਦਾ ਇਹਨੇ ਜਾਣਿਆ ਨਹੀਂ, ਅਸੀਂ ਜਾਣਿਆ ਨਹੀਂ, ਸਟੇਬਲ ਮਾਈਂਡ ਨੂੰ ਨਹੀਂ ਜਾਣਿਆ।
ਤਾਂ ਜਿਹੜੀ ਚੀਜ਼ ਤੋਂ ਸਾਹਿਬ ਸਾਨੂੰ ਪ੍ਰੇਰ ਰਹੇ ਹਨ, ਕਿਆ ਭਵੀਏ ਸੱਚ ਸੂਚਾ ਹੋਏ, ਕਿਉਂ ਭ੍ਰਮਣ ਕਰਦੇ ਹੋ, ਉਹ ਭ੍ਰਮਣ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਕਰਮ ਮਨਮੁਖ ਵਾਲੇ ਹਨ, ਤਾਂ ਮਨ ਸਾਡੇ ਸੰਸਕਾਰਾਂ ਨੂੰ ਲੈ ਕੇ ਟੁਰ ਪੈਂਦਾ ਹੈ। ਹੁਣ ਚੇਂਜ ਵੱਲ ਤੁਰਦਾ ਰਹਿੰਦਾ ਹੈ। ਉਹ ਕਿਸ ਭਾਵ ਵਿੱਚ ਚੇਂਜ ਹੈ, ਸਰੀਰਕ ਚੇਂਜ ਹੈ, ਜਨਮ ਬਾਰ-ਬਾਰ ਹੈ, ਉਹ ਸਭ ਵੀ ਬਾਣੀ ਦੱਸਦੀ ਹੈ। ਪਰ ਬੇਸਿਕਲੀ ਲਾਈਫ ਐਟੀਟਿਊਡ ਚੇਂਜ ਨਾਲ ਡਿਫਾਈਨ ਹੋ ਜਾਂਦਾ ਹੈ। ਸਦਾ ਅਸਥਿਰ ਮਨ ਉਸੇ ਭਾਵ ਵਿੱਚ ਰਹਿੰਦਾ ਹੈ ਜੋ ਜੀਵਨ ਵਿੱਚ ਕਮਾਇਆ ਹੈ, ਆਲਵੇਜ਼ ਮੂਵਿੰਗ ਵਿਦ ਚੇਂਜ। ਇਸ ਚੇਂਜ ਨੂੰ ਅਨਚੇਂਜਿੰਗ ਵਿੱਚ ਲਿਆਉਣ ਵਾਸਤੇ ਸ਼ਬਦ ਦੀ ਹਜ਼ੂਰੀ ਦੀ ਲੋੜ ਹੈ। ਜਦੋਂ ਮਨ ਵਿੱਚ ਸ਼ਬਦ ਦੇ ਨਾਲ ਮਨ ਬੰਨ੍ਹਿਆ ਜਾਂਦਾ ਹੈ, ਸੁਰਤ ਬਣੀ ਜਾਂਦੀ ਹੈ, ਇਹਦੇ ਲਈ ਦੋ ਚੀਜ਼ਾਂ ਜ਼ਰੂਰੀ ਹਨ। ਮਨ ਨੂੰ ਇਕਾਗਰ ਕਰਨਾ ਸ਼ਬਦ ਦੇ ਨਾਲ, ਵੇਵਰਿੰਗ ਮਾਈਂਡ ਵਿੱਚ ਬਾਣੀ ਪੜ੍ਹਨਾ, ਉਹਦਾ ਲਾਭ ਉਤਨਾ ਨਹੀਂ ਹੈ ਜਿਤਨਾ ਧਿਆਨ ਨਾਲ ਸ਼ਬਦ ਨੂੰ ਪੜ੍ਹਨਾ। ਗਾਵੀਏ ਸੁਣੀਏ ਮਨ ਰੱਖੀਏ ਭਾਓ। ਤਾਂ ਇੱਥੇ ਧਿਆਨ ਨੂੰ ਪਕਾਉਣਾ, ਧਿਆਨ ਨੂੰ ਜਾਣਨਾ ਇੱਕ ਇੰਪੋਰਟੈਂਟ ਐਲੀਮੈਂਟ ਹੋ ਜਾਂਦਾ ਹੈ। ਮਨ ਜੀਤੇ ਜਗਜੀਤ ਦੀ ਪੌੜੀ ਵਿੱਚ ਸਾਹਿਬ ਨੇ ਧਿਆਨ ਵਿਭੂਤ ਲਗਾਓ। ਔਰ ਇਸ ਧਿਆਨ ਨੂੰ ਅਸੀਂ ਕਿਸ ਤਰ੍ਹਾਂ ਜੀਵਨ ਵਿੱਚ ਹਾਜ਼ਰ ਕਰਦੇ ਹਾਂ? ਪੈਸ਼ਨ ਦੇ ਨਾਲ। ਅਸੀਂ ਜੋ ਕੁਝ ਕਰੀਏ ਪੂਰੀ ਐਨਰਜੀ ਨਾਲ ਕਰੀਏ, ਧਿਆਨ ਪਕਣਾ ਸ਼ੁਰੂ ਹੋ ਜਾਂਦਾ ਹੈ। ਭਾਵੇਂ ਉਹ ਦੁਨਿਆਵੀ ਜੀਵਨ ਵਿੱਚ ਹੀ ਕਰੀਏ। ਕੋਈ ਡਾਕਟਰ ਪੂਰੀ ਐਨਰਜੀ ਔਰ ਧਿਆਨ ਨਾਲ ਆਪਰੇਟ ਕਰਦਾ ਹੈ, ਉਹਦਾ ਧਿਆਨ ਲੱਗਦਾ ਹੈ, ਉਸ ਨੂੰ ਧਿਆਨ ਦੀ ਆਦਤ ਹੋ ਜਾਂਦੀ ਹੈ। ਫਿਰ ਜਦੋਂ ਉਹ ਕਦੇ ਆਪਣਾ ਧਿਆਨ ਸ਼ਬਦ ਨਾਲ ਲਗਾਏਗਾ ਤਾਂ ਉਹੀ ਧਿਆਨ ਫਾਊਂਡੇਸ਼ਨ ਬਣ ਜਾਏਗਾ ਸ਼ਬਦ ਔਰ ਸੁਰਤ ਦੇ ਮਿਲਣ ਦੀ। ਇਸ ਭਾਵ ਵਿੱਚ ਸਾਡੇ ਇਕਾਗਰ ਮਨ ਹੋਣ ਦੀ ਲੋੜ ਹੈ। ਵੇਵਰਿੰਗ ਮਾਈਂਡ ਇਤਨਾ ਇਫੈਕਟ ਨਹੀਂ ਕਰ ਪਾਏਗਾ। ਐਰੰਡ ਮਤ ਚਾਹੀਦੀ ਹੈ, ਸਟੇਬਲ ਮਾਈਂਡ। ਆਲਸ ਔਰ ਰੋਗ, ਇਹ ਦੋ ਚੀਜ਼ਾਂ ਹੋਰ ਵਿਘਨ ਪਾ ਦਿੰਦੇ ਹਨ। ਸੋ ਸਾਹਿਬ ਸਾਨੂੰ ਦੱਸਦੇ ਹਨ ਕਿ ਗੁਰਮੁਖ ਜਿਹੜਾ ਹੈ ਉਹ ਤਰ ਜਾਂਦਾ ਹੈ ਸ਼ਬਦ ਦੇ ਰਸਤੇ। ਸ਼ਬਦ ਜਿਵੇਂ ਪਾਰ ਕਰਨ ਦਾ ਇੱਕ ਵਿਧੀ, ਇੱਕ ਮੈਥਡ ਹੈ। ਗੁਰਮੁਖ ਪਰਚੇ ਤਰੀਏ ਤਾਰੀ, ਆਪ ਵੀ ਤਰਦਾ ਹੈ ਔਰ ਸੰਗਤ ਨੂੰ ਵੀ ਆਪਣੀ ਤਾਰਦਾ ਹੈ। ਜਿਹੜਾ ਉਹਦੇ ਨਾਲ ਇਨਫਲੂਐਂਸ ਹੁੰਦਾ ਹੈ ਉਸ ਨੂੰ ਉਹਦਾ ਫਰਕ ਪੈਂਦਾ ਹੈ। ਜਿਵੇਂ ਹਨੇਰੇ ਦੇ ਵਿੱਚ ਕਿਸੇ ਨੇ ਪ੍ਰਕਾਸ਼ ਕਰ ਦਿੱਤਾ ਹੋਏ, ਕਿਸੇ ਨੇ ਹੋਪ ਕ੍ਰੀਏਟ ਕਰ ਦਿੱਤੀ ਹੋਏ ਕਿ ਜੀਵਨ ਵਿੱਚ ਕੁਝ ਹੋਰ ਵੀ ਹੈ, ਉਹੀ ਨਹੀਂ ਜੋ ਸਾਨੂੰ ਦਿਖਦਾ ਹੈ। ਗੁਰਮੁਖ ਪਰਚੇ ਛੂ ਸ਼ਬਦ ਗਿਆਨੀ। ਗੁਰਮੁਖ ਦੀ ਸਾਂਝ ਸ਼ਬਦ ਦੇ ਨਾਲ ਹੈ। ਇਹ ਉਹੀ ਸ਼ਬਦ ਹੈ ਜੋ ਵੇਦ ਹੈ, ਉੱਪਰ ਰੈਫਰ ਕੀਤਾ ਹੈ। ਅਸੀਂ ਕਈ ਕਿਤਾਬਾਂ ਪੜ੍ਹਦੇ ਹਾਂ, ਕਈ ਗਿਆਨ ਦੀਆਂ ਕਿਤਾਬਾਂ ਹਾਜ਼ਰ ਹੁੰਦੀਆਂ ਹਨ ਔਰ ਇਹਨਾਂ ਸਾਰੀ ਕਿਤਾਬਾਂ ਦਾ, ਸਾਰੇ ਗਿਆਨ ਦਾ ਅਸਰ ਮਨ 'ਤੇ ਪੈਂਦਾ ਹੈ। ਪਰ ਮਨ ਆਪਣੇ ਆਪ ਵਿੱਚ ਵੀ ਇੱਕ ਕਿਤਾਬ ਹੈ। ਅਗਰ ਮਨ ਦੇ ਵਿੱਚ ਹਾਜ਼ਰ ਹੋਣਾ ਅਸੀਂ ਸਿੱਖ ਲਈਏ, ਮੈਨੂੰ ਗਿਆਨ ਹੋ ਜਾਏ, ਤਾਂ ਸ਼ਾਇਦ ਮਨ ਦੀ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਜਾਣਗੀਆਂ। ਸੂਫੀ ਇਸ ਨੂੰ 11th ਡਾਇਰੈਕਸ਼ਨ ਕਹਿੰਦੇ ਹਨ, 11ਵੀਂ ਡਾਇਰੈਕਸ਼ਨ, ਜਿੱਥੇ ਮੈਂ ਆਪਣੇ ਮਨ ਵਿੱਚ ਜਾ ਕੇ ਆਪਣੇ ਮਨ ਦੇ ਅੰਤਰ ਵਿੱਚ ਜੀਣਾ ਸਿੱਖ ਸਕਦਾ ਹਾਂ। ਕਿਉਂਕਿ ਇਹ ਜਿਹੜਾ ਐਕਸਪੀਰੀਅੰਸ ਗੁਰਮੁਖ ਦਾ ਹੈ, ਜਾਂ ਜਿਸ ਨੂੰ ਪਰਮ ਪਦ ਕਹਿੰਦੇ, ਪਰਫੈਕਸ਼ਨ ਆਫ ਲਾਈਫ ਹੈ, ਇਹ ਮਨ ਦੀ ਹੀ ਅਵਸਥਾ ਹੈ। ਇਹਦੇ ਨਾਲ ਫਿਜ਼ੀਕਲ ਐਟੀਟਿਊਡ ਦਾ ਇਤਨਾ ਅਪਰੋਚ ਦਾ ਫਰਕ ਨਹੀਂ ਪੈਂਦਾ, ਕਿਉਂਕਿ ਸਰੀਰ ਤਾਂ ਫਿਜ਼ੀਕਲ ਹੈ, ਇਸ ਨੇ ਆਪਣੇ ਸਮੇਂ ਨਾਲ ਖਤਮ ਹੋ ਜਾਣਾ ਹੈ। ਮਨ ਦੇ ਵਿੱਚ ਇੱਕ ਇਹੋ ਜਿਹਾ ਐਲੀਮੈਂਟ ਹੈ ਜਿਹੜਾ ਸਦਾ ਲਈ ਹੈ, ਜਿਹੜਾ ਕਿਧਰੇ ਜਾਂਦਾ ਨਹੀਂ, ਕਿਧਰੇ ਆਉਂਦਾ ਨਹੀਂ, ਉਹ ਸਟੇਬਲ ਹੈ ਔਰ ਉਹ ਵਿਕਾਸ ਵਿੱਚ ਹੈ। ਸਾਹਿਬ ਕਹਿੰਦੇ ਨੇ ਕਿ ਸ਼ਬਦ ਦੇ ਗਿਆਨ, ਸ਼ਬਦ ਦਾ ਗਿਆਨ ਹੋ ਜਾਂਦਾ। ਸ਼ਬਦ ਦੇ ਗਿਆਨ ਤੋਂ ਭਾਵ ਬ੍ਰਹਮ ਗਿਆਨ ਹੈ। ਮਨ ਵਿੱਚ ਸੁਰਤ ਔਰ ਸ਼ਬਦ ਦਾ ਮਿਲਣ ਨਾਲ
ਮੈਨੂੰ ਸਾਰੀ ਸ੍ਰਿਸ਼ਟੀ ਦਾ ਗਿਆਨ ਹੋ ਜਾਂਦਾ ਹੈ। ਕਿਵੇਂ ਸਾਰੀ ਸ੍ਰਿਸ਼ਟੀ ਬਣਤ ਵਿੱਚ ਹੈ, ਕਿਵੇਂ ਮਨ ਦੇ ਵਿੱਚ ਉਹ ਪ੍ਰਗਟ ਦਰਸ਼ਨ ਹਨ ਜਿਸ ਨਾਲ ਮੈਂ ਸਮਝ ਪਾਵਾਂਗਾ ਕਿ ਜੀਵਨ ਹੈ ਕੀ। ਕਿਵੇਂ ਇਸ ਨੂੰ ਮੈਂ ਜਾਣ ਸਕਾਂਗਾ ਕਿ ਮਨ ਦਾ ਸਟਰਕਚਰ ਕੀ ਹੈ, ਔਰ ਉਹੀ ਸਾਰੇ ਜੀਵਨ ਦਾ ਸਟਰਕਚਰ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਮਨ ਦੇ ਥਰੂ ਇਹ ਗਿਆਨ ਮਿਲਦਾ ਹੈ, ਔਰ ਇਸ ਦੇ ਵਿੱਚ ਸ਼ਬਦ ਦੀ ਲੋੜ ਹੈ। ਮਹਾਰਾਜ ਕਹਿੰਦੇ ਨੇ ਗੁਰਮੁਖ ਪਰਚੇ ਸੋ ਸ਼ਬਦ ਗਿਆਨੀ, ਸ਼ਬਦ ਦੇ ਥਰੂ ਗਿਆਨ ਮਿਲਦਾ ਹੈ। ਸ਼ਬਦ ਦੇ ਰਸਤੇ ਤੋਂ ਇਹ ਸੁਰਤ ਔਰ ਸ਼ਬਦ ਵਿੱਚ, ਸੁਰਤ ਔਰ ਸ਼ਬਦ ਨੂੰ ਮਿਲਾਉਣ ਦੇ ਵਿੱਚ ਮਨ ਦੀ ਉਸ ਜਰਨੀ ਵਿੱਚ ਅਸੀਂ ਟੁਰ ਪੈਂਦੇ ਹਾਂ ਜਿੱਥੇ ਮਨ ਪਰਫੈਕਸ਼ਨ ਵੱਲ ਟੁਰਨਾ ਸ਼ੁਰੂ ਹੋ ਜਾਂਦਾ ਹੈ। ਜਿਸ ਪਰਫੈਕਸ਼ਨ ਨੂੰ ਅਸੀਂ ਦੁਨੀਆ ਵਿੱਚ ਢੂੰਡਦੇ ਹਾਂ ਉਹ ਅੰਤਰ ਮਨ ਦੀ ਅਵਸਥਾ ਹੈ। ਮੈਨੂੰ ਲੱਗਦਾ ਗੁਰਮੁਖ ਸ਼ਬਦ ਉਸ ਪਰਫੈਕਸ਼ਨ ਨਾਲ ਹੀ ਰਿਲੇਸ਼ਨ ਰੱਖਦਾ ਹੈ, ਕਿਉਂਕਿ ਇੱਥੇ ਗੁਰਮੁਖ ਬ੍ਰਹਮ ਗਿਆਨੀ ਹੈ ਜਿਹਨੂੰ ਸਾਰੀ ਦੁਨੀਆ ਦਾ ਗਿਆਨ ਹੈ। ਇਹਦੋਂ ਭਾਵ ਕੀ ਹੈ ਕਿ ਉਹ ਸਾਰੀ ਕਿਤਾਬਾਂ ਦੁਨੀਆ ਦੀ ਜਾਣਦਾ ਹੈ? ਇਹ ਨਹੀਂ ਭਾਵ ਹੈ। ਭਾਵ ਇਹ ਹੈ ਕਿ ਉਹ ਸਾਰੀ ਕ੍ਰੀਏਸ਼ਨ ਦੀ ਬਣਤ ਨੂੰ ਸਮਝ ਗਿਆ ਹੈ ਕਿ ਇੱਥੇ ਕ੍ਰੀਏਟਰ ਮਾਲਕ ਹੈ ਔਰ ਉਹ ਮੇਰੇ ਮਨ ਦੇ ਵਿੱਚ ਬੈਠਾ ਹੈ। ਕੇਵਲ ਉਹਦੇ ਵਿੱਚ ਇੱਕ ਦੀਵਾਰ ਹੈ ਈਗੋ ਦੀ। ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ। ਇਹ ਕੂੜ ਦੀ ਪਾਲ ਕਿਵੇਂ ਟੁੱਟੇਗੀ? ਮਹਾਰਾਜ ਕਹਿੰਦੇ ਨੇ ਜਦੋਂ ਹੁਕਮ ਨੂੰ ਜਾਣ ਲਵਾਂਗੇ ਕਿ ਕ੍ਰੀਏਸ਼ਨ ਔਰ ਆਰਡਰ ਕੀ ਹੈ ਦੁਨੀਆ ਦਾ, ਤਾਂ ਈਗੋ ਨਹੀਂ ਰਹੇਗੀ। ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਈ। ਔਰ ਜਦੋਂ ਹੰਕਾਰ ਗਿਰਦਾ ਹੈ ਤਾਂ ਉੱਥੇ ਸਾਨੂੰ ਸਾਰੇ ਕ੍ਰੀਏਟਰ ਦੇ ਦਰਸ਼ਨ ਹੋ ਜਾਂਦੇ ਹਨ। ਇਹ ਹੰਕਾਰ ਗਿਰੇਗਾ ਕਿੱਥੇ? ਮਨ ਦੇ ਵਿੱਚ ਗਿਰੇਗਾ, ਬਾਹਰ ਨਹੀਂ ਗਿਰੇਗਾ। ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਸਾਰੇ ਘਰ ਵਿੱਚ ਰਹਿਣਾ ਉਸੇ ਤਰ੍ਹਾਂ ਹੀ ਹੈ। ਮਨ ਵਿੱਚ ਉਦਾਸੀ ਹੈ ਕਿ ਮੈਂ ਸੱਤ ਨੂੰ ਜਾਣਨਾ ਹੈ, ਕਿ ਮੈਂ ਉਸ ਐਨਰਜੀ ਵੱਲ ਜਾਣਾ ਹੈ ਜਿਹੜੀ ਸਦਾ ਲਈ ਹੈ। ਮੈਂ ਉਸ ਟਾਈਮਲੈਸ ਹੈਪੀਨੈਸ ਨੂੰ ਜਾਣਨਾ ਹੈ ਜਿਹਦਾ ਕੋਈ ਕਾਰਨ ਨਹੀਂ ਹੈ। ਗੁਰਮੁਖ ਪਰਚੇ ਅੰਤਰ ਵਿਦ ਜਾਨੀ। ਸ਼ਬਦ ਦੇ ਗਿਆਨ ਨਾਲ ਮੈਨੂੰ ਸਮਝ ਆ ਜਾਂਦਾ ਹੈ, ਮੈਨੂੰ ਸਮਝ ਆ ਸਕਦਾ ਹੈ ਕਿ ਅੰਤਰ ਵਿੱਚ ਕੀ ਹੈ, ਵਿਧੀ ਕੀ ਹੈ, ਅੰਤਰ ਜਾਣ ਦੀ ਵਿਧੀ ਕੀ ਹੈ, ਮਨ ਦੇ ਅੰਦਰ ਜਾਣ ਦੀ ਵਿਧੀ ਕੀ ਹੈ। ਔਰ ਅੰਤਰ ਦੇ ਵਿਦ ਵਿੱਚ ਅੰਤਰ ਦੀ ਅਵਸਥਾ ਕੀ ਹੈ। ਗੁਰੂ ਅਮਰਦਾਸ ਸਾਹਿਬ ਨੇ ਸਾਨੂੰ ਦੱਸਿਆ ਹੈ ਕਿ ਮਨ ਦੇ ਅੰਦਰ ਇੱਕ ਇਹੋ ਜਿਹਾ ਆਨੰਦ ਛਿਪਿਆ ਹੈ ਜਿਹੜਾ ਸਦਾ ਲਈ ਹੈ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਿੱਥੇ ਸੈਲੀਬ੍ਰੇਸ਼ਨ ਹੈ, ਜਿੱਥੇ ਪਰੀਆਂ ਆ ਰਹੀਆਂ ਹਨ, ਰਾਗ ਵੱਜ ਰਹੇ ਹਨ, ਉੱਥੇ ਸ਼ਬਦ ਦੀ ਹਜ਼ੂਰੀ ਹੈ। ਇਹ ਆਨੰਦ ਦੀ ਬਾਣੀ ਸਾਡੀ ਸਭਾ ਦੇ ਅੰਤ ਵਿੱਚ ਗਾਈ ਜਾਂਦੀ ਹੈ। ਸੰਕੇਤਕ ਹੈ ਕਿ ਅਸੀਂ ਗੁਰਮੁਖ ਦਾ ਜੀਵਨ ਅਗਰ ਜੀਏ ਤਾਂ ਅੰਤ ਸਾਡਾ ਆਨੰਦ ਹੀ ਹੈ। ਇਫ ਵੀ ਲਿਵ ਰਾਈਟ ਵੀ ਫਾਈਂਡ ਹੈਪੀਨੈਸ ਫੋਰਐਵਰ। ਸਿੱਖ ਦਾ ਅੰਤ ਆਨੰਦ ਹੈ। ਸਿੱਖ ਨਿਕਲਿਆ ਹੈ ਆਨੰਦ ਦੀ ਪਾਲ ਵਿੱਚ, ਔਰ ਐਸੇ ਆਨੰਦ ਨੂੰ ਲੱਭਦੇ ਲੱਭਦੇ ਮਨ ਨੂੰ ਵੀ ਘੜਿਆ ਜਾ ਰਿਹਾ ਹੈ। ਸੁਨ ਸਮਾਧ ਦੀ ਅਵਸਥਾ ਮੈਨੂੰ ਲੱਗਦਾ ਹੈ ਆਨੰਦ ਤੋਂ ਅੱਗੇ ਦੀ ਅਵਸਥਾ ਹੈ। ਸੁਨ ਸਮਾਧ, ਜਿਸ ਨੂੰ ਸਾਹਿਬ ਨੇ ਤੁਰਿਆ ਕਿਹਾ ਹੈ, ਦ ਫਾਊਂਡੇਸ਼ਨ ਆਫ ਦ 3 ਕੁਆਲਿਟੀਜ਼। ਦੁਨੀਆ ਵਿੱਚ ਰਜਸ, ਤਮਸ ਔਰ ਸਤੋ ਗੁਣਾਂ ਦੀ ਗੱਲ ਚੱਲਦੀ ਹੈ, ਡਿਫਾਈਨਡ ਗੁਣਾਂ ਦੀ ਗੱਲ ਚੱਲਦੀ ਹੈ, ਪਰ ਇਹਨਾਂ ਤੋਂ ਪਰੇ ਇੱਕ ਅਨਡਿਫਾਈਨਡ ਗੁਣ ਹੈ ਜਿਹੜਾ ਇਹਨਾਂ 3 ਗੁਣਾਂ ਦੀ ਫਾਊਂਡੇਸ਼ਨ ਹੈ, ਇਹਨਾਂ ਨੂੰ ਐਨਰਜਾਈਜ਼ ਕਰਦਾ ਹੈ। ਬਾਣੀ ਉਸ ਨੂੰ ਤੁਰਿਆ ਕਹਿੰਦੀ ਹੈ, ਚੌਥਾ ਪਦ ਕਿਹਾ ਜਾਂਦਾ ਹੈ। ਮਨ ਦੀ ਇਹੋ ਜਿਹੀ ਅਵਸਥਾ ਜਿਹੜੀ ਡਿਫਾਈਨਡ ਨਹੀਂ ਹੈ, ਮਨ ਦੇ ਵਿੱਚ ਹਾਜ਼ਰ ਹੈ
ਪਰ ਉੱਥੇ ਹੰਕਾਰ ਨਹੀਂ ਜਾ ਸਕਦਾ। ਕਿ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ। ਕੂੜ ਦੀ ਪਾਲ ਹੈ ਜਿਹੜੀ ਸਾਨੂੰ ਉਹਦੇ 'ਚੋਂ ਫਰਕ ਡਿਸਟੈਂਸ ਵਿੱਚ ਰੱਖਦੀ ਹੈ। ਔਰ ਹੁਕਮ ਦੀ ਰਜ਼ਾ ਵਿੱਚ ਜਦੋਂ ਲੀਨ ਹੋ ਜਾਂਦੇ ਆ, ਸਾਹਿਬ ਕਹਿੰਦੇ ਨੇ, ਤਾਂ ਸਾਨੂੰ ਉਸ ਮਨ ਦੀ ਅਵਸਥਾ ਸਾਨੂੰ ਰਿਵੀਲ ਹੁੰਦੀ ਹੈ। ਗੁਰੂ ਸਾਹਿਬ ਇਸ ਸ਼ਬਦ ਵਿੱਚ, ਇਸ ਬਾਣੀ ਵਿੱਚ, ਇਸ ਪਦੇ ਵਿੱਚ ਅੰਤਰ ਦੇ ਵੱਲ ਸਾਨੂੰ ਪ੍ਰੇਰ ਰਹੇ ਹਨ। 11th ਡਾਇਰੈਕਸ਼ਨ। ਮੈਂ ਜਦੋਂ ਇਹਨੂੰ ਪੜ੍ਹਦਾ ਵਾਂ, ਮੈਨੂੰ ਅਫਸੋਸ ਹੁੰਦਾ ਹੈ ਕਿ ਮੈਂ ਆਪਣੇ ਜੀਵਨ ਵਿੱਚ ਘੱਟ ਸਮਾਂ ਇਹਦੇ ਵਿੱਚ ਲਗਾਤਾ ਹਾਂ। ਸੰਗਤ ਦੀ ਲੋੜ ਹੈ। ਸੰਗਤ ਪ੍ਰੇਰਦੀ ਹੈ ਤਾਂ ਮਨ ਵਿੱਚ ਅੰਤਰ ਜਾਣ ਦੀ ਪ੍ਰੇਰਨਾ ਆਉਂਦੀ ਹੈ। ਔਰ ਇਹਦਾ ਇਹ ਮਤਲਬ ਨਹੀਂ ਕਿ ਅਸੀਂ ਕਿਧਰੇ ਬੈਠ ਕੇ ਅਭਿਆਸ ਕਰੀਏ। ਗੁਰਬਾਣੀ ਦਾ ਅਭਿਆਸ ਟੁਰਦੇ ਫਿਰਦੇ ਵੀ ਮੈਨੂੰ ਲੱਗਦਾ ਹੋ ਸਕਦਾ ਹੈ, ਪਰ ਇੱਥੇ ਇਕਾਗਰਮਨ ਦੀ ਔਰ ਸ਼ਬਦ ਦੀ ਲੋੜ ਹੈ। ਕੁਛ ਵੀ ਕਾਰਜ ਕਰਦੇ ਵੀ ਅਸੀਂ ਇਹ ਕਰ ਸਕਦੇ ਹਾਂ। ਅਸੀਂ ਭਗਤ ਨਾਮਦੇਵ ਦੀ ਬਾਣੀ ਪਹਿਲੇ ਵਿਚਾਰ ਚੁੱਕੇ ਹਾਂ। ਆਨੀਲੇ ਸ਼ਬਦ, ਜਦੋਂ ਉਹਨਾਂ ਨੇ ਪਤੰਗ ਦੀ ਗੱਲ ਕੀਤੀ, ਇਸਤਰੀ ਦੀ ਗੱਲ ਕੀਤੀ, ਕਾਗਜ਼ ਦੀ ਗੱਲ ਕੀਤੀ, ਕਿ ਅਸੀਂ ਕੁਛ ਵੀ ਕਰਦੇ ਹੋਏ ਇੱਕ ਐਸਪੈਕਟ ਸਾਡੇ ਮਨ ਦਾ ਸਤ ਨਾਲ ਰਿਸ਼ਤਾ ਰੱਖ ਸਕਦਾ ਹੈ। ਔਰ ਜਿਤਨੇ ਸਿੰਪਲ ਟਾਸਕ ਬਾਹਰਲੇ ਹੋਣਗੇ, ਉਤਨਾ ਆਸਾਨ ਹੋਏਗਾ ਇਹਨੂੰ ਕਰਨਾ। ਇਸ ਕਰਕੇ ਸੇਵਾ ਵਿੱਚ ਭਾਂਡੇ ਮਾਂਜਦੇ, ਜੋੜੇ ਸਾਫ਼ ਕਰਦੇ, ਇਹਨਾਂ ਵਿੱਚ ਮਨ ਸ਼ਾਂਤ ਹੋ ਜਾਂਦਾ ਹੈ। ਸ਼ਬਦ ਦੇ ਨਾਲ ਹਾਜ਼ਰ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਮਨ ਦੀ ਸ਼ਾਂਤੀ, ਪੀਸ ਆਫ ਮਾਈਂਡ, ਫਾਊਂਡੇਸ਼ਨ ਹੈ ਫਿਊਚਰ ਗੁਰਮੁਖ ਦਾ। ਗੁਰਮੁਖ ਪਰਚੇ ਅੰਤਰ ਵਿਦ ਜਾਨੀ। ਮਨ ਦੀ ਅਵਸਥਾ ਜਾਣ ਲਈ ਹੈ, ਅੰਤਰ ਦੀ ਵਿਧੀ ਜਾਣ ਲਈ ਹੈ, ਕਿਵੇਂ ਅੰਦਰ ਜਾਣਾ ਹੈ। ਇਹ ਵੀ ਜਾਣ ਲਿਆ ਹੈ ਕਿ ਮਨ ਦੀ ਇਸ ਅਵਸਥਾ ਨਾਲ ਕੀ ਕਮਾਇਆ ਜਾ ਸਕਦਾ ਹੈ। ਇਹ ਸਭ ਕੁਛ ਸ਼ਬਦ ਦੀ ਹਜ਼ੂਰੀ ਵਿੱਚ, ਸ਼ਬਦ ਦੀ ਸਾਂਝ ਨਾਲ ਗੁਰਮੁਖ ਬਣਦਾ ਹੈ। ਘੜਨ ਨਾਲ, ਮਨ ਨੂੰ ਘੜਨ ਨਾਲ ਉਹਨੂੰ ਕੀ ਮਿਲਦਾ ਹੈ ਇਹਦੇ 'ਚੋਂ। ਸਾਹਿਬ ਦੱਸਦੇ ਹਨ, ਗੁਰਮੁਖ ਪਾਈਏ ਅਲਖ ਅਪਾਰ। ਗੁਰਮੁਖ ਨੂੰ ਉਹ ਮਿਲ ਜਾਂਦਾ ਹੈ ਜੋ ਲਿਖਿਆ ਨਹੀਂ ਜਾ ਸਕਦਾ, ਜੋ ਡਿਫਾਈਨਡ ਨਹੀਂ ਹੈ, ਅਨਨੋਨ ਹੈ ਔਰ ਇਨਫਾਈਨਾਈਟ ਹੈ, ਅਪਾਰ। ਗੁਰਮੁਖ ਨੂੰ ਉਹ ਅਵਸਥਾ ਕਮਾਉਣ ਨੂੰ ਮਿਲਦੀ ਹੈ, ਜੀਣ ਨੂੰ ਮਿਲਦੀ ਹੈ, ਜਿਹੜੀ ਅਸੀਂ ਲੋਕ ਦੱਸ ਨਹੀਂ ਸਕਦੇ, ਆਪਸ ਵਿੱਚ ਗੱਲ ਨਹੀਂ ਕਰ ਸਕਦੇ ਉਹਦੇ ਬਾਰੇ। ਅਸੀਂ ਉਹਨੂੰ ਡਿਫਾਈਨ ਨਹੀਂ ਕਰ ਸਕਦੇ। ਅਸੀਂ ਉਹਨੂੰ ਕਿਸੇ ਤਰ੍ਹਾਂ ਆਪਣੇ ਐਕਸਪੀਰੀਅੰਸ ਵਿੱਚ ਜਦ ਤੱਕ ਨਾ ਜਾਣੀਏ ਤਦ ਤੱਕ ਜਾਣ ਨਹੀਂ ਸਕਦੇ। ਇਸ ਚੀਜ਼ ਨੂੰ ਅਸੀਂ ਵਿਚਾਰਨਾ ਹੈ ਕਿ ਜੀਵਨ ਦੇ ਵਿੱਚ ਜਦੋਂ ਗੁਰਮੁਖ ਦੀ ਅਪਰੋਚ ਔਰ ਐਟੀਟਿਊਡ ਹੈ ਲਾਈਫ ਦੀ, ਉਹਨੂੰ ਮਿਲ ਕੀ ਰਿਹਾ ਹੈ। ਉਹਨੂੰ ਇੱਕ ਅਨਕੰਡੀਸ਼ਨਡ ਜਿਹਾ ਜੀਵਨ ਮਿਲ ਰਿਹਾ ਹੈ। ਉਹਨੂੰ ਇਹੋ ਜਿਹਾ ਜੀਵਨ ਮਿਲ ਰਿਹਾ ਹੈ ਜਿਹਦੇ ਬਾਰੇ ਅਸੀਂ ਕਿਸੇ ਪਰਚੇ ਵਿੱਚ ਲਿਖ ਕੇ ਨਹੀਂ ਦੇ ਸਕਦੇ। ਔਰ ਉਹਦੇ ਜੀਵਨ ਦੇ ਬਾਰਡਰ ਸਾਰੇ ਗਿਰ ਜਾਂਦੇ ਹਨ। ਅਸੀਂ ਪਹਿਲੇ ਭਗਤ ਰਵਿਦਾਸ ਦਾ ਸ਼ਬਦ ਵਿਚਾਰ ਚੁੱਕੇ ਹਾਂ, ਜਿਹਦੇ 'ਚ ਉਹਨਾਂ ਨੇ ਇੱਕ ਸ਼ਹਿਰ ਦੀ ਗੱਲ ਕੀਤੀ ਹੈ, ਬੇਗਮਪੁਰਾ, ਜਿੱਥੇ ਦੁੱਖ ਨਹੀਂ ਹੈ, ਡਾਊਟ ਨਹੀਂ ਹੈ, ਐਂਗਜ਼ਾਇਟੀ ਨਹੀਂ ਹੈ, ਨਾ ਤਸਵੀਸ ਖਿਰਾਜ ਨਾ ਮਾਲ, ਜਿੱਥੇ ਲੌਸ ਨਹੀਂ ਹੈ, ਗਲਤੀ ਨਹੀਂ ਹੈ, ਖੌਫ ਨਾ ਖਤਾ, ਨਾ ਡਰ ਨਹੀਂ ਹੈ, ਨਾ ਤਰਜ਼ ਜ਼ਵਾਲ। ਉਹ ਇਹੋ ਜਿਹੇ ਦੇਸ਼ ਦੀ ਗੱਲ ਕਰਦੇ ਹਨ ਜਿਹੜਾ ਸਦਾ ਲਈ ਹੈ। ਇਹ ਗੁਰਮੁਖ ਦੇ ਜੀਵਨ ਦਾ ਸ਼ਹਿਰ ਹੈ, ਇਹੋ ਜਿਹਾ ਸ਼ਹਿਰ ਜਿੱਥੇ ਆਨੰਦ ਦੀ ਬਰਖਾ ਸਦਾ ਰਹਿੰਦੀ ਹੈ। ਆਬਾਦਾਨ ਸਦਾ ਮਸ਼ਹੂਰ, ਉਹਾਂ ਗਮੀ ਬਸੇ ਮਾਮੂਰ। ਪਰ ਇਸ ਨੂੰ ਕਮਾਉਣ ਲਈ ਸਾਹਿਬ ਨੇ ਜਿਹੜੀ ਸਾਨੂੰ ਜਪਜੀ ਸਾਹਿਬ ਦੇ 38ਵੀਂ ਪੌੜੀ 'ਚ ਉਪਦੇਸ਼ ਦਿੱਤਾ ਹੈ, ਇਹ ਸਾਡਾ ਧਿਆਨ ਡਿਫਾਈਨ ਹੁੰਦਾ ਹੈ। ਜਤ ਪਹਾਰਾ ਧੀਰਜ ਸੁਣਿਆਰ, ਅਹਰਨ ਮਤ ਵੇਦ ਹਥਿਆਰ। ਪਾਓ ਖਲਾ ਅਗਨ ਤਪਤਾਓ, ਭਾਂਡਾ ਪਾਓ ਅੰਮ੍ਰਿਤ ਢਾਲ। ਘੜੀਏ ਸ਼ਬਦ ਸੱਚੀ ਟਕਸਾਲ। ਘੜਿਆ ਜਾ ਰਿਹਾ ਹੈ ਮਨ, ਔਰ ਉਹ ਅਸਲ ਵੈਲਥ
ਟਕਸਾਲੀ ਜੀਵਨ, ਜਿਸ ਨੂੰ ਅਸੀਂ ਵੈਲਥ ਕਹਿੰਦੇ ਹਾਂ, ਮਨ ਦੇ ਵਿੱਚ ਕ੍ਰੀਏਟ ਹੋ ਰਿਹਾ ਹੈ। ਜਿਨ ਕੋ ਨਜ਼ਰ ਕਰਮ ਤਿਨਕਾਰ, ਜਿਹੜੇ ਇਹ ਕੰਮ ਕਰਦੇ ਨੇ ਉਹਨਾਂ ਤੇ ਨਜ਼ਰ ਹੈ। ਨਾਨਕ ਨਜ਼ਰੀ ਨਜ਼ਰ ਨਿਹਾਲ, ਉਹ ਨਜ਼ਰ ਨਾਲ ਨਿਹਾਲ ਹੋ ਜਾਂਦੇ ਹਨ। ਮਨ ਦੇ ਵਿੱਚ ਰੋਗ ਹਨ, ਅਸੀਂ ਸਾਰੇ ਰੋਗੀ ਹਾਂ। ਨੋਨ ਮਾਈਂਡ ਵਿੱਚ ਰੋਗ ਹਨ। ਮਾਡਰਨ ਸਾਈਕੋਲੋਜੀ ਵੀ ਕਹਿੰਦੀ ਹੈ ਕਿ ਹਰ ਜਣੇ ਕੋਲ ਕੁਛ ਨਾ ਕੁਛ ਸਾਈਕੋਸਿਸ ਹਨ, ਕੁਝ ਨਾ ਕੁਝ ਐਬਰੇਸ਼ਨਸ ਹਰ ਇੱਕ ਦੇ ਮਨ ਦੇ ਨਾਲ ਹਨ। ਤਾਂ ਫਿਰ ਪਰਫੈਕਸ਼ਨ ਕਿੱਥੇ ਹੈ? ਸਾਹਿਬ ਜਿਹੜੀ ਗੱਲ ਕਰ ਰਹੇ ਹਨ, ਜਿਹੜੇ ਮਨ ਦੀ ਅਵਸਥਾ ਦੀ ਗੱਲ ਕਰ ਰਹੇ ਹਨ, ਉਹ ਰੋਗਾਂ ਤੋਂ ਪਰੇ ਇੱਕ ਜੀਵਨ ਹੈ ਜਿੱਥੇ ਪਰਫੈਕਸ਼ਨ ਹੈ, ਪਰ ਜਿੱਥੇ ਮੈਂ ਨਹੀਂ ਹਾਂ। ਇਹ ਸਭ ਸ਼ਬਦ ਦੇ ਦੁਆਰਾ ਹੁੰਦਾ ਹੈ। ਸ਼ਬਦ ਜਦੋਂ ਮਨ 'ਤੇ ਅਸਰ ਪਾਉਂਦਾ ਹੈ, ਘੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਜ਼ਰ ਕਰਮ ਤਿਨਕਾਰ। ਇੱਕ ਸੀਰੀਅਸ ਐਂਡੇਵਰ ਹੈ ਜੀਵਨ ਨੂੰ ਜਿੱਤਣ ਦਾ। ਮਨ ਜੀਤੇ ਜਗ ਜੀਤ। ਜਿਨ੍ਹਾਂ ਨੇ ਨਾਮ ਲਿਆ ਉਹ ਜਿੱਤ ਕੇ ਗਏ ਹਨ, ਜਿਨ੍ਹਾਂ ਨੇ ਨਹੀਂ ਲਿਆ ਉਹ ਹਾਰ ਕੇ ਜਾਣਗੇ। ਹਾਰ ਗਏ ਸੋ ਠੱਗਣ ਵਾਲਿਆ, ਤੇਰੇ ਨਾਮ ਰਤੇ ਸੇ ਜਿਣ ਗਏ। ਜਿਨ੍ਹਾਂ ਨੇ ਤੇਰੇ ਨਾਮ ਨੂੰ ਜਾਣਿਆ ਉਹ ਜਿੱਤ ਕੇ ਜਾਣਗੇ ਜੀਵਨ 'ਚੋਂ, ਬਾਕੀ ਸਭ ਹਾਰ ਕੇ ਜਾਣਗੇ। ਇਹ ਮੇਰੀ ਗੱਲ ਚੱਲਦੀ ਹੈ ਕਿ ਮੈਂ ਹਾਰ ਕੇ ਜਾਵਾਂਗਾ, ਭਾਵੇਂ ਕਿਤਨੀ ਵੀ ਮੇਰੇ ਕੋਲ ਵੈਲਥ ਦੁਨਿਆਵੀ ਹੋਏ, ਪਾਵਰ ਹੋਏ, ਇਨਫਲੂਐਂਸ ਹੋਏ, ਪਰ ਸਮੇਂ ਨਾਲ ਮੈਂ ਹਾਰ ਕੇ ਜਾਵਾਂਗਾ। ਜਿਹੜਾ ਗੁਰੂ ਸਾਹਿਬ ਨੇ ਜ਼ਫਰਨਾਮਾ ਵਿੱਚ ਵੀ ਕਿਹਾ, ਬਿਬੀ ਗਰਦਿਸ਼ੇ ਬੇਵਫਾਏ ਜ਼ਮਾਂ, ਕਿ ਬਰਹਰ ਬਗੁਜ਼ਰ ਮਕੀਨੋ ਮਕਾਂ। ਦੇਖ, ਜ਼ਮਾਨਾ ਬੇਵਫਾ ਹੈ, ਔਰ ਸਮੇਂ ਦੇ ਗੁਜ਼ਰਨ ਨਾਲ ਨਾ ਮਕਾਨ ਰਹਿੰਦਾ ਹੈ, ਨਾ ਮਕਾਨ ਵਿੱਚ ਰਹਿਣ ਵਾਲਾ ਰਹਿੰਦਾ ਹੈ। ਕਿੱਥੇ ਲੱਭਣਾ ਹੈ? ਅੰਤਰ ਵਿੱਚ ਲੱਭਣਾ ਹੈ। ਸਾਹਿਬ ਨੇ ਸਾਨੂੰ ਇਹੀ ਸਮਝਾਇਆ ਹੈ। ਗੁਰਮੁਖ ਪਰਚੇ ਅੰਤਰ ਬਿਦ ਜਾਨੀ, ਗੁਰਮੁਖ ਪਾਈਏ ਅਲਖ ਅਪਾਰ। ਉਹਨੇ ਉਹ ਪਾ ਲਿਆ ਜਿਹੜਾ ਇਨਫਾਈਨਾਈਟ ਹੈ। ਗੁਰਮੁਖ ਉਸ ਅਵਸਥਾ ਦਾ ਗਿਆਨੀ ਹੋ ਗਿਆ ਜਿਹਦੇ 'ਚ ਕੋਈ ਦੀਵਾਰਾਂ ਨਹੀਂ ਰਹਿ ਗਈਆਂ, ਇੱਕ ਸੀਮਲੈਸ ਕ੍ਰੀਏਸ਼ਨ ਹੋ ਗਈ, ਇੱਕ ਸੀਮਲੈਸ ਪ੍ਰੈਜ਼ੈਂਸ ਹੋ ਗਈ। ਸਾਹਿਬ ਉਸ ਨੂੰ ਡਿਫਾਈਨ ਕਰਦੇ ਚੱਲਦੇ ਹਨ। ਅਖੀਰਲੀ ਪੰਕਤੀ ਵਿੱਚ ਸਾਹਿਬ ਇੱਕ ਇਹੋ ਜਿਹੀ ਆਜ਼ਾਦੀ ਦੀ ਗੱਲ ਕਰਦੇ ਹਨ ਜਿਹੜੀ ਸਾਨੂੰ ਐਕਸਪੀਰੀਅੰਸ ਵਿੱਚ ਨਹੀਂ ਆ ਸਕਦੀ, ਕਿਉਂਕਿ ਜਦ ਅਸੀਂ ਈਗੋ ਮਾਈਂਡ ਦੇ ਵਿੱਚ ਵਿਚਰਦੇ ਹਾਂ ਤਾਂ ਅਸੀਂ ਬੰਨੇ ਹੁੰਦੇ ਹਾਂ। ਈਗੋ ਮਾਈਂਡ ਦਾ ਮਤਲਬ ਹੀ ਇਹ ਹੈ ਕਿ ਅਸੀਂ ਬੰਨੇ ਹਾਂ। ਜਿਤਨੀ ਸਾਡੀ ਕੰਡੀਸ਼ਨਸ ਹਨ, ਸਾਡੀ ਆਈਡੈਂਟੀਟੀ ਹੈ, ਉਸ ਦੇ ਨਾਲ ਸਭ ਕੰਡੀਸ਼ਨਸ ਕ੍ਰੀਏਟ ਹੋਈਆਂ ਹੋਈਆਂ ਹਨ, ਔਰ ਉਹ ਕੰਡੀਸ਼ਨ ਸਾਨੂੰ ਬੰਨ੍ਹ ਦਿੰਦੀਆਂ ਹਨ। ਸਾਡੇ ਕੋਲ ਨਾ ਅਨਕੰਡੀਸ਼ਨਡ ਸੁੱਖ ਹੈ, ਨਾ ਹੈਪੀਨੈਸ ਹੈ, ਨਾ ਆਈਡੈਂਟੀਟੀ ਹੈ। ਸਾਰੀ ਕੰਡੀਸ਼ਨਸ ਦੇ ਅੰਦਰ ਹਨ, ਔਰ ਉਹਨਾਂ 'ਚੋਂ ਇੱਕ ਕੰਡੀਸ਼ਨ ਸਰੀਰ ਹੈ। ਸੁੱਖ ਔਰ ਦੁੱਖ ਦੇ ਇਸ ਜਰਨੀ ਦੇ ਵਿੱਚ ਸਰੀਰ ਦਾ ਇੱਕ ਰੋਲ ਹੈ। ਜਦ ਤੱਕ ਸਰੀਰ ਹੈ ਤਦ ਤੱਕ ਐਕਸਪੀਰੀਅੰਸ ਹੈ। ਤਾਂ ਹੀ ਸਾਹਿਬ ਸਾਨੂੰ ਦੱਸਦੇ ਹਨ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਦਿਸ ਇਜ਼ ਅ ਚਾਂਸ। ਸਰੀਰ ਤਾਂ ਹੈ ਸਮੇਂ ਕੁਝ ਸਮੇਂ ਲਈ, ਪਰ ਇਹਦੇ 'ਚੋਂ ਕਮਾਇਆ ਜਾ ਸਕਦਾ ਉਹ ਜਿਹੜਾ ਸਦਾ ਲਈ ਹੈ। ਗੁਰਮੁਖ ਦੇ ਜੀਵਨ ਵਿੱਚ ਸਾਹਿਬ ਸਾਨੂੰ ਇਹੀ ਦੱਸਦੇ ਹਨ, ਨਾਨਕ ਗੁਰਮੁਖ ਮੁਕਤ ਦੁਆਰ। ਮੁਕਤੀ ਦਾ ਦੁਆਰ, ਫਰੀਡਮ ਫਰੋਮ ਆਲ ਕੰਡੀਸ਼ਨਸ, ਉਹ ਡੋਰ ਮਿਲ ਜਾਂਦਾ ਹੈ। ਉਹ ਕਿੱਥੇ ਹੈ? ਉਹ ਵੀ ਮਨ ਦੇ ਵਿੱਚ ਹੀ ਹੈ। ਗੁਰਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਆਨੰਦ ਸਾਹਿਬ ਦੀ ਬਾਣੀ ਵਿੱਚ ਗੁਰੂ ਅਮਰਦਾਸ ਇੱਕ ਦੁਆਰ ਦੀ ਗੱਲ ਕਰਦੇ ਹਨ, ਜਿੱਥੇ ਜਦੋਂ ਅਸੀਂ ਭਾਵਨਾ ਨਾਲ ਜਾਂਦੇ ਹਾਂ, ਇਮੋਸ਼ਨਸ ਔਰ ਪ੍ਰੇਮ ਨਾਲ ਜਾਂਦੇ ਹਾਂ, ਗੁਰਦੁਆਰੇ ਲਾਏ ਭਾਵਨੀ, ਤਾਂ ਗੁਰੂ ਦਾ ਉਹ ਦੁਆਰ ਖੁੱਲ੍ਹਦਾ ਹੈ ਜਿਸ ਨੂੰ ਉਹਨਾਂ ਨੇ 10ਵਾਂ ਦੁਆਰ ਕਿਹਾ ਹੈ। 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। 10ਮ ਦੁਆਰ ਕੁੰਜੀ ਚਾਬੀ, ਕੁੰਜੀ ਜਬ ਜੀਜੇ ਤਬ ਦਇਆਲ ਕੋ ਦਰਸ਼ਨ ਕੀਜੇ। ਦਰਸ਼ਨ ਵੀ ਤਾਂ ਹੀ ਮਿਲਦੇ ਹਨ। ਇਹ ਕਿੱਥੇ ਹਨ ਸਾਰੇ? ਇਹ ਮਨ ਦੇ ਵਿੱਚ ਹਾਜ਼ਰ ਹਨ। ਇਹ ਮਨ ਦੀ ਅਵਸਥਾ ਹਨ।
ਦੂਰ ਨਹੀਂ ਹਨ ਸਾਡੇ ਤੋਂ, ਸਾਡੇ ਨੇੜੇ ਹਨ, ਬਟ ਐਕਸਪੀਰੀਐਂਸ਼ਲੀ ਬਹੁਤ ਦੂਰ ਹਨ। ਅਸੀਂ ਐਕਸਪੀਰੀਐਂਸ ਨਹੀਂ ਕਰ ਪਾਉਂਦੇ, ਕਈ ਜਨਮ ਨਹੀਂ ਐਕਸਪੀਰੀਐਂਸ ਕਰ ਪਾਉਂਦੇ। ਸੁਣਦੇ ਹਾਂ ਪਰ ਜਾਣਦੇ ਨਹੀਂ ਹਾਂ। ਇਹਨਾਂ ਗੁਰੂਆਂ ਨੇ ਉਹ ਅਵਸਥਾ ਜਾਣੀ ਹੈ। ਅਸੀਂ ਸਾਹਿਬ ਤੋਂ ਇਹੀ ਪ੍ਰੇਰਨਾ ਲੈਣੀ ਹੈ ਕਿ ਜੀਵਨ ਨੂੰ ਅਸੀਂ ਕਿਸ ਤਰ੍ਹਾਂ ਸ਼ਬਦ ਦੇ ਵਿੱਚ ਢਾਲ ਕੇ ਇਸ ਮਾਰਗ ਵੱਲ ਜਾ ਸਕਦੇ ਹਾਂ। ਬਾਣੀ ਨਾਲ ਸਾਂਝ ਪਾਉਣ ਦਾ ਇਹ ਰਸਤਾ ਹੈ ਜਿਹੜਾ ਇਹਨਾਂ ਸਾਰੀ ਪੋਸੀਬਿਲਿਟੀਜ਼ ਵੱਲ ਸਾਨੂੰ ਟੋਰਦਾ ਹੈ। ਪ੍ਰੇਮ ਨਾਲ 28ਵਾਂ ਪਦਾ ਅੱਜ ਅਸੀਂ ਖਤਮ ਕੀਤਾ, ਔਰ ਗੁਰਮੁਖ ਦੀ ਹਾਲੇ ਵਿਚਾਰ ਕੁਝ ਪਦੇ ਚੱਲਣੀ ਹੈ ਅੱਗੇ। ਅੱਜ ਦੀ ਵਿਚਾਰ ਇੱਥੇ ਹੀ ਅਸੀਂ ਸਮਾਪਤ ਕਰੀਏ। ਜੋ ਮੇਰੀਆਂ ਭੁੱਲਾਂ ਹੋਈਆਂ ਉਹਦੇ ਲਈ ਮੈਨੂੰ ਖਿਮਾ ਦੇਣਾ। ਜੇ ਆਪ ਕੋਈ ਸੁਧਾਰ ਕਰ ਸਕੋ, ਕਰਨਾ ਚਾਹੋ, ਜੀ ਆਇਆਂ ਨੂੰ। ਕੁਛ ਆਪ ਐਡ ਕਰਨਾ ਚਾਹੋ, ਜੀ ਆਇਆਂ ਨੂੰ। ਧੰਨਵਾਦ।